प्रेज़ द लॉर्ड जय मसीह की सब ਨੂੰ आशा करती हाँ कि ਤੁਸੀਂ सब परमेश्वर के नाम ਵਿੱਚ ਵੱਧ ਰਹੇ ਹੋਵੋਗੇ। ਅੱਜ मैं एक बाइबल स्टोरी लैके आई हाँ कि जिस नाल सानू समझ आ जाए कि परमेश्वर कितना भला है और परमेश्वर की कुछ करन दी ताकत रखता है। परमेश्वर चाहे तो रूड़ी तो चक के पतवंता विच बिठाउण दी ताकत रखता है। सो आओ असी पढ़ीए अज दा ये वचन ते अज दा ये वचन सुनदे सार ही तुहानू सब नू ब्लैसिंग मिले और तुहाडे सब मनोरथ रब पूरा करे परमेश्वर और तुहाडे जो भी मनोकामना है उसनू पूरा करे, तुहानू हर एक खतरे तो बचा के रखे और ये बवा जो करोना वायरस जो फैलिया इस तो भी तुहानू बचा के रखे और तुहाडे ईमान नू पक्या करे। आओ चलो शुरू करिए। असी पढ़ते हाँ पहला सामुएल 17 बाब दी 26 आयत। उत्ते की लिखिया, तां दाऊद ने अपने दुआले दे लोकां कोलों पुछया कि जेड़ा मनुख इस फिलिस्ती नू मारे अते इस कलंक नू इसराइल तो हटावे तां ओनू की मिलेगा? क्यों जो ये असुन्नति फिलिस्ती है, कौन जो जिउंदे परमेश्वर दे दलां नू लज्जावन करे। लोकां ने इस तरह का उत्तर दिता, भाई जेड़ा उसनू मारे उस मनुख नू ए मिलेगा। उस वेले ओहदे वड्डे भरा अलियाब ने ओहदियां गल्लां सुनियां जो ਉਹ ਲੋਕਾਂ ਨਾਲ ਕਰ ਰਿਹਾ ਸੀ ਅਤੇ ਅਲਿਆਬ ਨੇ ਕ੍ਰੋਧ ਦਾਊਦ ਉੱਤੇ ਜਾਗਿਆ ਅਤੇ ਉਹ ਬੋਲਿਆ, ਤੂੰ ਕਾਹਨੂੰ ਇੱਥੇ ਲੈ ਆਇਆ ਹੈ ਅਤੇ ਉੱਥੇ ਉਜਾੜ ਵਿੱਚ ਉਹਨਾਂ ਥੋੜੀਆਂ ਜਿਹੀਆਂ ਭੇਡਾਂ ਨੂੰ ਤੂੰ ਕਿਸ ਗੋਚਰੇ ਛੱਡ ਆਇਆ ਹੈ। ਮੈਂ ਤੇਰੀ ਦੌੜ ਅਤੇ ਤੇਰੇ ਮਨ ਦੀ ਬੁਰੀਆਈ ਨੂੰ ਜਾਣਦਾ ਹਾਂ, ਤੂੰ ਲੜਾਈ ਦੇ ਵੇਖਣ ਨੂੰ ਹੀ ਲੈ ਆਇਆ ਹੈ। ਦਾਊਦ ਬੋਲਿਆ, ਮੈਂ ਹੁਣ ਕੀ ਕੀਤਾ ਹੈ? ਭਲਾ ਕੋਈ ਕਾਰਨ ਨਹੀਂ। ਉਹ ਉਸ ਕੋਲ ਮੁੜ ਕੇ ਦੂਜੇ ਦੀ ਵੱਲ ਗਿਆ ਅਤੇ ਉਹ ਗੱਲਾਂ ਫੇਰ ਕੀਤੀਆਂ। ਸੋ ਲੋਕਾਂ ਨੇ ਉਹਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ ਅਤੇ ਜਾ ਉਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਉਹਨਾਂ ਨੇ ਸ਼ਾਊਲ ਕੋਲ ਉਹਨਾਂ ਦੀ ਖਬਰ ਦਿੱਤੀ ਅਤੇ ਉਸ ਨੇ ਉਹਨੂੰ ਸੱਦ ਘੱਲਿਆ। ਤਾਂ ਦਾਊਦ ਨੇ ਸ਼ਾਊਲ ਨੂੰ ਆਖਿਆ, ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰੇ, ਤੁਹਾਡਾ ਦਾਸ ਜਾਵੇਗਾ ਅਤੇ ਉਸ ਫਲਿਸਤੀ ਨਾਲ ਲੜੇਗਾ। ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਤੂੰ ਉਸ ਫਲਿਸਤੀ ਦਾ ਸਾਹਮਣਾ ਕਰਨ ਅਤੇ ਉਹਦੇ ਨਾਲ ਲੜਨ ਜੋਗਾ ਨਹੀਂ ਹੈ, ਕਿਉਂ ਜੋ ਤੂੰ ਮੁੰਡਾ ਹੀ ਹੈ ਅਤੇ ਉਹ ਨਿਆਣਪੁਣੇ ਤੋਂ ਹੀ ਯੋਧਾ ਹੈ। ਤਦ ਦਾਊਦ ਨੇ ਸ਼ਾਊਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਾਂ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ ਤਾਂ ਮੈਂ ਉਹਦੇ ਮਗਰ ਨਿਕਲਿਆ ਅਤੇ ਉਹਨੂੰ ਮਾਰਿਆ ਔਰ ਉਸ ਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ ਅਤੇ ਜਾਂ ਉਹ ਮੇਰੇ ਉੱਤੇ ਆਉਣ ਪਿਆ ਤਾਂ ਮੈਂ ਉਸ ਨੂੰ ਬਰਾਛੋਂ ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋਂ ਮੁਕਾਇਆ। ਤੁਹਾਡੇ ਦਾਸ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਜਿੰਦੋਂ ਮੁਕਾਇਆ। ਸੋ ਇਹ ਅਸੁੰਨਤੀ ਫਿਲਿਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ਰ ਦੇ ਦਿਲਾਂ ਨੂੰ ਲज्जावन ਕਰ ਰਿਹਾ ਹੈ। ਫਿਰ ਦਾਊਦ ਨੇ ਇਹ ਵੀ ਆਖਿਆ, ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹ ਹੀ ਮੈਨੂੰ ਉਸ ਫਿਲਿਸਤੀ ਦੇ ਹੱਥੋਂ ਛੁਡਾਵੇਗਾ। ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਜਾ ਫਿਰ ਅਤੇ ਯਹੋਵਾ ਤੇਰੇ ਨਾਲ ਹੋਵੇ। ਤਾਂ ਸ਼ਾਊਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਅਤੇ ਇੱਕ ਪਿੱਤਲ ਦਾ ਟੋਪ ਉਹਦੇ ਸਿਰ ਉੱਤੇ ਧਰਿਆ ਅਤੇ ਸੰਜੋ ਵੀ ਉਹਨੂੰ ਪਹਿਨਾਈ ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨੀ ਅਤੇ ਤੁਰਨ ਦਾ ਉਦਮ ਕੀਤਾ, ਕਿਉਂ ਜੋ ਉਹਨੇ ਇਹਨਾਂ ਨੂੰ ਜਾਚਿਆ ਨਹੀਂ ਸੀ। ਤਦ ਦਾਊਦ ਨੇ ਸ਼ਾਊਲ ਨੂੰ ਆਖਿਆ, ਇਹਨਾਂ ਨਾਲ ਤਾਂ ਮੈਥੋਂ ਨਹੀਂ ਤੁਰਿਆ ਜਾਂਦਾ, ਕਿਉਂ ਜੋ ਮੈਂ ਉਹਨਾਂ ਨੂੰ ਪਰਖਿਆ ਨਹੀਂ। ਸੋ ਦਾਊਦ ਨੇ ਉਹ ਸਭ ਆਪਣੇ ਤੋਂ ਲਾਹ ਦਿੱਤੇ ਅਤੇ ਉਹਨੂੰ ਆਪਣੀ ਡਾਂਗ ਹੱਥ ਵਿੱਚ ਫੜ ਲਈ ਅਤੇ ਉਹਨੇ ਉਸ ਖੱਡ ਤੋਂ 5 ਚਿੱਕੜੇ ਪੱਥਰ ਚੁੱਕੇ ਚੁਣ ਲਏ ਅਤੇ ਉਹਨਾਂ ਨੂੰ ਆਦੜੀ ਦੇ ਝੋਲੇ ਵਿੱਚੋਂ ਜੋ ਉਹਦੇ ਕੋਲ ਸੀ ਅਰਥਾਤ ਗੁਥਲੀ ਵਿੱਚ ਧਰ ਲਿਆ ਅਤੇ ਉਹਦਾ ਗੋਪੀਆਂ ਉਹਦੇ ਹੱਥ ਵਿੱਚ ਸੀ। ਸੋ ਉਹ ਉਸ ਫਲਿਸਤੀ ਦੇ ਨੇੜੇ ਜਾਣ ਲੱਗਾ ਤਾਂ ਫਲਿਸਤੀ ਤੁਰਿਆ ਔਰ ਦਾਊਦ ਦੇ ਨੇੜੇ ਆਉਣ ਲੱਗਾ ਔਰ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਸੀ। ਜਾਂ ਫਲਿਸਤੀ ਨੇ ਆਲੇ ਦੁਆਲੇ ਵੇਖ ਕੇ ਦਾਊਦ ਨੂੰ ਡਿੱਠਾ ਤਾਂ ਉਹਨੂੰ ਤੁਛ ਜਾਣਿਆ, ਕਿਉਂ ਜੋ ਉਹ ਮੁੰਡਾ ਹੀ ਸੀ ਤਾਂ ਉਹ ਲਾਲ ਰੰਗ ਅਤੇ ਸੋਹਣੇ ਸਰੂਪ ਦਾ ਸੀ। ਸੋ ਫਲਿਸਤੀ ਨੇ ਦਾਊਦ ਨੂੰ ਆਖਿਆ, ਭਲਾ ਮੈਂ ਕੋਈ ਕੁੱਤਾ ਹਾਂ ਜੋ ਤੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਹੈ? ਅਤੇ ਫਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਦਾਊਦ ਨੂੰ ਗਾਲਾਂ ਕੱਢੀਆਂ। ਤਦ ਫਲਿਸਤੀ ਨੇ
ਦਾਊਦ ਨੂੰ ਆਖਿਆ, ਮੇਰੇ ਕੋਲ ਆ, ਜੋ ਮੈਂ ਤੇਰਾ ਮਾਸ ਪਾਉਣ ਦੇ ਪੰਛੀਆਂ ਤੇ ਜੰਗਲੀਆਂ ਦਰਿੰਦਿਆਂ ਨੂੰ ਵੰਡਾਂ। ਪਰ ਦਾਊਦ ਨੇ ਫਲਿਸਤੀ ਨੂੰ ਆਖਿਆ, ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ, ਪਰ ਮੈਂ ਸੈਨਾ ਦੇ ਯਹੋਵਾ ਦੇ ਨਾਮ ਉੱਤੇ, ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ਰ ਹੈ, ਜਿਸ ਨੂੰ ਤੈਂ ਲੱਜਿਆਵੰਨ ਕੀਤਾ, ਤੇਰੇ ਕੋਲ ਆਉਂਦਾ ਹਾਂ। ਅਤੇ ਅੱਜ ਹੀ ਯਹੋਵਾ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ, ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੈਥੋਂ ਵੱਖਰਾ ਕਰ ਦਿਆਂਗਾ। ਅਤੇ ਅੱਜ ਹੀ ਫਲਿਸਤੀਆਂ ਦੇ ਦਲਾਂ ਵਿੱਚ ਲੋਥਾਂ ਪਾਉਣ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ, ਅਤੇ ਭਈ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ਰ ਹੈ। ਅਤੇ ਇਸ ਕਰਕੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ, ਜੋ ਯਹੋਵਾ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ, ਕਿਉਂ ਜੋ ਯੁੱਧ ਦਾ ਸੁਆਮੀ ਯਹੋਵਾ ਹੈ, ਅਤੇ ਉਹ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ। ਅਤੇ ਅਜਿਹਾ ਹੋਇਆ, ਜੋ ਫਲਿਸਤੀ ਉੱਠਿਆ ਅਤੇ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਢੁੱਕਾ, ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫਲਿਸਤੀ ਨਾਲ ਲੜਨ ਨੂੰ ਨੱਠਾ। ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੋਪੀਏ ਵਿੱਚ ਧਰ ਕੇ ਫਲਿਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ, ਜੋ ਉਹ ਪੱਥਰ ਉਸਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਭਰਨੇ ਧਰਤੀ ਉੱਤੇ ਡਿੱਗ ਪਿਆ। ਸੋ ਦਾਊਦ ਨੇ ਇੱਕ ਗੋਪੀਏ ਅਰ ਇੱਕ ਪੱਥਰ ਨਾਲ ਫਲਿਸਤੀ ਨੂੰ ਜਿੱਤ ਲਿਆ ਅਤੇ ਉਸ ਫਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ, ਅਤੇ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ। ਇਸ ਕਰਕੇ ਦਾਊਦ ਭੱਜ ਕੇ ਫਲਿਸਤੀ ਦੇ ਉੱਤੇ ਚੜ੍ਹ ਖਲੋਤਾ ਅਤੇ ਉਸਦੀ ਤਲਵਾਰ ਫੜ ਕੇ ਮਿਆਨੋਂ ਖਿੱਚ ਲਈ ਅਤੇ ਉਸਦੇ ਦੋ ਮੁਕਾ ਕੇ ਉਸਦਾ ਸਿਰ ਉਸ ਨਾਲ ਵੱਢ ਸੁੱਟਿਆ। ਅਤੇ ਜਦ ਫਲਿਸਤੀਆਂ ਨੇ ਆਪਣਾ ਬਲਵਾਨ ਮੋਇਆ ਪਿਆ ਡਿੱਠਾ, ਤਾਂ ਉਹ ਭੱਜ ਗਏ। ਤਾਂ ਇਸਰਾਏਲ ਅਰ ਯਹੂਦਾ ਦੇ ਲੋਕ ਉੱਠੇ ਅਤੇ ਦੂਣੀ ਤੋੜੀ ਅਤੇ ਅਕਰੋਨ ਦੇ ਫਾਟਕਾਂ ਤੋੜੀ ਵੰਗਾਰ ਦੇ ਫਲਿਸਤੀਆਂ ਦੇ ਮਗਰ ਪਏ, ਅਤੇ ਜਿਹੜਾ ਫਲਿਸਤੀਆਂ ਵਿੱਚੋਂ ਫੱਟੇ ਗਏ, ਸੋ ਸਾਰੇਮ ਦੇ ਰਾਹ ਵਿੱਚ ਗਤ ਅਤੇ ਅਕਰੋਨ ਤੋੜੀ ਡਿੱਗਦੇ ਗਏ। ਤਦ ਇਸਰਾਏਲੀ ਫਲਿਸਤੀਆਂ ਦੇ ਮਗਰੋਂ ਮੁੜ ਆਏ ਅਤੇ ਉਹਨਾਂ ਦੇ ਡੇਰਿਆਂ ਨੂੰ ਲੁੱਟ ਲਿਆ। ਅਤੇ ਦਾਊਦ ਉਸ ਫਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ, ਪਰ ਉਸ ਦੇ ਸ਼ਸਤਰਾਂ ਨੂੰ ਉਹਨੇ ਆਪਣੇ ਡੇਰੇ ਵਿੱਚ ਰੱਖਿਆ। ਪਰਮੇਸ਼ਰ ਦਾ ਸ਼ੁਕਰ ਹੈ ਕਿ ਉਸਨੇ ਸਾਨੂੰ ਇਹ ਵਚਨ ਦਿੱਤਾ। ਇਸ ਸਟੋਰੀ ਦੀ ਵਜੋਂ ਸਾਨੂੰ ਵਚਨ ਵੀ ਪੜ੍ਹ ਹੋ ਗਿਆ ਔਰ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ। ਤੇ ਇਹਦੇ ਵਿੱਚ ਇਹ ਸਟੋਰੀ ਹੈ ਦਾਊਦ ਤੇ ਗੋਲੀਅਤ ਦੀ, ਜਿਸ ਵਿੱਚ ਦਾਊਦ ਨੂੰ ਪਰਮੇਸ਼ਰ ਨੇ ਦਾਊਦ ਨੂੰ ਫਤਿਹ ਦਿੱਤੀ, ਕਿਉਂਕਿ ਦਾਊਦ ਉਸ ਵੇਲੇ ਬਹੁਤ ਛੋਟਾ ਸੀ ਤੇ ਪਰਮੇਸ਼ਰ ਬਹੁਤ ਵੱਡੇ ਕੰਮ ਕਰਦੇ, ਉਹ ਚਾਹੁਣ ਤਾਂ ਪੱਥਰਾਂ ਤੋਂ ਮਹਿਮਾ ਕਰਵਾ ਸਕਦੇ ਨੇ। ਇਹਦੇ ਵਿੱਚ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਈਮਾਨ ਵਿੱਚ ਪੱਕੇ ਹੋਣਾ ਚਾਹੀਦਾ। ਅਗਰ ਕੋਈ ਗੱਲ ਕਹਿਤੀ ਕਹਿਣ ਦਾ ਮਤਲਬ ਇਹ ਆ ਕਿ ਅਗਰ ਅਸੀਂ ਕਹਿ ਦਿੱਤਾ ਕਿ ਹਾਂ ਅਸੀਂ ਇਹ ਕੰਮ ਕਰ ਸਕਦੇ ਹਾਂ, ਤਾਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਹਾਂ ਪਰਮੇਸ਼ਰ ਦੇ ਨਾਂ 'ਤੇ, ਯਿਸੂ ਮਸੀਹ ਦੇ ਨਾਂ 'ਤੇ ਮੈਂ ਇਹ ਕੰਮ ਕਰ ਸਕਦਾ। ਠੀਕ ਹੈ ਜੀ। ਬਾਕੀ ਗੱਲ ਇੱਦਾਂ ਆ ਵੀ ਗੱਲ ਸਾਰੀ ਈਮਾਨ ਦੀ ਆ। ਜੇ ਸਾਡਾ ਈਮਾਨ ਪੱਕਾ ਆ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ। ਬਾਈਬਲ ਸਾਨੂੰ ਦੱਸਦੀ ਆ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੈ ਤਾਂ ਤੁਸੀਂ ਪਹਾੜ ਨੂੰ ਕਹੋ ਤਾਂ ਉਹ ਕਿ ਉੱਠ ਅਤੇ ਸਮੁੰਦਰ ਵਿੱਚ ਜਾ ਲੱਦ, ਤਾਂ ਤੁਹਾਡੀ ਜ਼ਰੂਰ ਸੁਣੂਗਾ। ਇਸ ਕਰਕੇ ਇਸ ਬੱਚਨ ਨੂੰ ਬਹੁਤ ਹੀ, ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਪਰਮੇਸ਼ਰ ਨੂੰ ਕਹੋ ਕਿ ਮੈਂ ਯਿਸੂ ਮਸੀਹ ਦੇ ਨਾਮ 'ਤੇ ਮੰਗਦੀ ਹਾਂ। ਅਗਰ ਯਿਸੂ ਮਸੀਹ ਦੇ ਨਾਮ 'ਤੇ ਮੰਗਦੇ ਹਾਂ ਤਾਂ ਮੈਂ ਵਿਸ਼ਵਾਸ ਕਰਦੀ ਹਾਂ ਕਿ ਉਹ ਚੀਜ਼ ਸਾਨੂੰ ਜ਼ਰੂਰ ਮਿਲੇਗੀ, ਚਾਹੇ ਕੁਝ ਵੀ ਆ। ਛੋਟੇ ਬੱਚੇ ਆ, ਵੱਡੇ ਆ, ਚਾਹੇ ਬਹੁਤ ਵੱਡੇ ਆ, ਮਤਲਬ ਕਿ ਬਜ਼ੁਰਗ ਆ, ਹੈ ਨਾ, ਉਹ ਵੀ ਚਾਹੇ ਜਿਹੜੀ ਮਰਜ਼ੀ ਉਮਰ ਦਾ, ਪਰਮੇਸ਼ਰ ਦੇ ਸਾਹਮਣੇ ਸਭ ਬਰਾਬਰ ਆ। ਠੀਕ ਹੈ ਜੀ। ਅਗਰ ਅਸੀਂ ਯਿਸੂ ਮਸੀਹ ਦੇ ਨਾਮ 'ਤੇ ਅਸੀਂ ਕੁਛ ਵੀ ਮੰਗ ਸਕਦੇ ਹਾਂ, ਕਿਉਂਕਿ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਬਾਈਬਲ 'ਚ, ਉਹਨਾਂ ਨੇ ਕਿਹਾ ਕਿ ਤੁਸੀਂ ਜੋ ਕੁਛ ਵੀ ਮੇਰੇ ਨਾਮ 'ਤੇ ਮੰਗੋਗੇ ਉਹ ਪਰਮੇਸ਼ਰ, ਉਹ ਮੇਰਾ ਪਿਤਾ ਤੁਹਾਨੂੰ ਜ਼ਰੂਰ ਦੇਗਾ। ਉਹਨਾਂ ਨੇ ਪੱਕੀ ਗੱਲ ਕਹੀ ਹੈ ਤੇ ਪੱਕਾ ਹੀ ਹੈ। ਠੀਕ ਹੈ ਜੀ। ਕੋਈ ਸ਼ੱਕ ਵਾਲੀ ਗੱਲ ਨਹੀਂ ਲੈ ਕੇ ਆਉਣੀ। ਮੇਰਾ ਕਹਿਣ ਦਾ ਮਤਲਬ ਇਹ, ਅਗਰ ਤੁਹਾਡੇ ਮਨ 'ਚ ਸ਼ੱਕ ਆ ਗਿਆ ਕਿ ਹਾਂ ਪਤਾ ਨਹੀਂ ਮੈਨੂੰ ਮਿਲਣੀ ਕਿ ਨਹੀਂ ਮਿਲਣੀ, ਉੱਥੇ ਫਿਰ ਕੰਮ ਖਰਾਬ, ਉਹ ਫਿਰ ਔਖਾ ਹੀ ਆ ਫਿਰ ਕੰਮ। ਠੀਕ ਹੈ ਜੀ। ਅਟਲ ਭਰੋਸਾ ਰੱਖਣਾ, ਚੱਟਾਨ ਦੀ ਤਰ੍ਹਾਂ ਭਰੋਸਾ ਰੱਖਣਾ ਕਿ ਮੈਨੂੰ ਮਿਲਣੀ ਆ ਤੇ ਮਿਲਣੀ ਹੀ ਆ, ਮੈਨੂੰ ਯਕੀਨ ਆ। ਕੋਈ ਅਗਰ ਤੁਹਾਡੇ ਮਨ 'ਚੋਂ ਸ਼ੈਤਾਨ ਤੁਹਾਡੇ ਮਨ 'ਚੋਂ ਪਾਉਂਦਾ ਕਿ
ਇਹ ਨਹੀਂ ਹੋਣਾ ਤੇਰੇ ਤੋਂ, ਜਾਂ ਕੁਛ ਵੀ ਕਹਿ ਲਓ ਕਿ ਹਾਂ ਹਾਲੇ ਤੇਰੀ ਉਮਰ ਨਹੀਂ ਹੈਗੀ, ਜਾਂ ਤੂੰ ਇਹ ਕਰ ਨਹੀਂ ਸਕਦੀ ਆ ਫਲਾਨਾ ਟਿਮ। ਅਗਰ ਸਪੋਜ਼ ਤੁਸੀਂ ਬਾਹਰ ਹੀ ਜਾਣਾ, ਬਾਹਰ ਫੋਰਨ ਕੰਟਰੀ 'ਤੇ ਜਾਣਾ ਤੁਸੀਂ, ਹੈ ਨਾ, ਤੁਸੀਂ ਆਇਲਸ ਕਰਦੇ ਆ ਅਤੇ ਉੱਥੇ ਤੁਹਾਡੇ ਨੰਬਰ ਵਧੀਆ ਆ ਜੇ, ਨਹੀਂ ਮਤਲਬ ਕਿ ਤੁਹਾਡੇ ਮਨ 'ਚ ਸ਼ੈਤਾਨ ਪਾਉਂਦਾ ਕਿ ਤੇਰੇ ਨੰਬਰ ਵਧੀਆ ਨਹੀਂ ਆਉਣੇ, ਤੂੰ ਸਰਕਾਰੀ ਸਕੂਲੇ ਪੜ੍ਹਿਆ ਆ, ਤੂੰ ਮਤਲਬ ਕਿ ਕੁਛ ਵੀ ਲਾ ਲਓ ਗੱਲ, ਜਾਂ ਤੇਰੇ ਘਰਦਿਆਂ ਕੋਲ ਪੈਸੇ ਨਹੀਂ ਹੈਗੇ, ਜਾਂ ਕੁਛ ਵੀ ਗੱਲ ਲਾ ਲਓ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪਰਮੇਸ਼ਰ ਵੱਡੇ ਤੋਂ ਵੱਡੇ ਕੰਮ ਕਰਨ ਦੀ ਸਾਮਰਥ ਰੱਖਦਾ ਆ। ਸ਼ੱਕ ਨਹੀਂ ਕਰਨਾ, ਬਸ ਸ਼ੱਕ ਨਹੀਂ ਕਰਨਾ। ਸ਼ੱਕ ਕਰੋਗੇ ਤਾਂ ਜੋ ਤੁਸੀਂ ਸ਼ੱਕ ਦੇ ਵਿੱਚ ਬੋਲੋਗੇ ਉਹ ਪੂਰਾ ਹੋ ਜਾਣਾ, ਕਿਉਂਕਿ ਸ਼ੈਤਾਨ ਤਾਕ ਵਿੱਚ ਰਹਿੰਦਾ ਆ। ਅਗਰ ਅਸੀਂ ਬੋਲਦੇ ਹਾਂ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਉਸੇ ਵੇਲੇ ਸ਼ੈਤਾਨ ਕੈਚ ਕਰਦਾ ਕਿ ਲੈ ਪਰਮੇਸ਼ਰ ਦੀ ਬੇਟੀ ਜਾਂ ਪਰਮੇਸ਼ਰ ਦੇ ਬੇਟੇ, ਤੂੰ ਇਹ ਗੱਲ ਕਹੀ, ਮੈਂ ਹੁਣੀ ਇਹਨੂੰ ਪੂਰਾ ਕਰਦਾ। ਠੀਕ ਹੈ ਜੀ, ਕਿਉਂਕਿ ਸ਼ੈਤਾਨ ਸਾਨੂੰ ਖੁਸ਼ ਦੇਖ ਕੇ ਖੁਸ਼ ਨਹੀਂ ਹੈਗਾ। ਉਹਨੂੰ ਇਹ ਆ ਵੀ ਸਾਨੂੰ ਦੁੱਖ ਦੇਖ ਕੇ ਅਸੀਂ ਰੋਈਏ, ਕੁਰਲਾਈਏ, ਇੱਕ ਦੂਜੇ ਨੂੰ ਗਾਲਾਂ ਕੱਢੀਏ ਜਾਂ ਲੜਾਈਆਂ ਕਰੀਏ, ਉਹਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ। ਠੀਕ ਹੈ ਜੀ, ਪਰ ਸਾਨੂੰ ਸ਼ੈਤਾਨ ਦੀ ਗੱਲ ਨਹੀਂ ਸੁਣਨੀ ਹੈਗੀ। ਅਗਰ ਤੁਹਾਨੂੰ ਗੁੱਸਾ ਹੁੰਦਾ, ਤੁਸੀਂ ਇੱਕ ਗਲਾਸ ਪਾਣੀ ਦਾ ਪੀ ਲਓ, ਜਾਂ ਪਰਮੇਸ਼ਰ ਅੱਗੇ ਪ੍ਰਾਰਥਨਾ, ਸਭ ਤੋਂ ਬੈਟਰ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ। ਸਭ ਤੋਂ ਬੈਸਟ ਚੀਜ਼ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਮੈਨੂੰ ਜੋ ਗੁੱਸਾ ਆਉਂਦਾ ਇਹਨੂੰ ਕੰਟਰੋਲ ਕਰਨਾ ਸਿਖਾ ਮੈਨੂੰ। ਠੀਕ ਹੈ ਜੀ, ਬਾਕੀ ਹੁੰਦਾ ਸਮਾਂ ਅਸੀਂ ਪਰਮੇਸ਼ਰ ਦੇ ਹੱਥਾਂ ਵਿੱਚ ਦਿੰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਇੰਨੀ ਤਾਕਤ ਬਖਸ਼ੀ ਕਿ ਅਸੀਂ ਇਹ ਵਚਨ ਪੜ੍ਹ ਸਕੀਏ। ਬਹੁਤ ਬਹੁਤ ਪਰਮੇਸ਼ਰ ਦਾ ਧੰਨਵਾਦ। ਜੈ ਮਸੀਹ ਕੀ ਸਭ ਨੂੰ।